हेलो स्टूडेंट्स, वेलकम टू हिस्ट्री क्लास। ਅੱਜ ਅਸੀਂ ਯੂਨਿਟ ਸੈਕਿੰਡ ਸ਼ੁਰੂ ਕਰਾਂਗੇ। ਅੱਜ ਦੀ ਕਲਾਸ ਦਾ ਕੁਐਸਚਨ ਹੈ ਮਗਧ ਰਾਜ ਦੇ ਉਦੈ ਅਤੇ ਉਸ ਦੇ ਵਿਸਤਾਰ ਦਾ ਵਰਣਨ ਕਰੋ। ਕੁਐਸਚਨ ਬਹੁਤ ਇੰਪੋਰਟੈਂਟ ਹੈ। ਅਕਸਰ ਇਹ ਕੁਐਸਚਨ ਪ੍ਰੀਖਿਆ ਵਿੱਚ ਪੁੱਛਿਆ ਹੀ ਜਾਂਦਾ ਹੈ। ਸ਼ੁਰੂ ਕਰਦੇ ਹਾਂ। ਮਗਧ ਰਾਜ ਦਾ ਉਦੈ। 6ਵੀਂ ਸਦੀ ਈਸਾ ਪੂਰਵ ਦੇ ਵਿੱਚ ਉੱਤਰੀ ਭਾਰਤ ਵੱਡੇ ਵੱਡੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹਨਾਂ ਰਾਜਾਂ ਨੂੰ ਉਸ ਸਮੇਂ ਮਹਾਜਨਪਦ ਕਿਹਾ ਜਾਂਦਾ ਸੀ। ਇਹਨਾਂ ਮਹਾਜਨਪਦਾਂ ਵਿੱਚ ਦੋ ਤਰ੍ਹਾਂ ਦੀ ਰਾਜ ਵਿਵਸਥਾ ਸਥਾਪਿਤ ਸੀ। ਕੁਝ ਵਿੱਚ ਰਾਜਤੰਤਰਿਕ ਸਰਕਾਰ ਸਥਾਪਿਤ ਸੀ ਅਤੇ ਕੁਝ ਵਿੱਚ ਗਣਤੰਤਰੀ ਸਰਕਾਰ। ਇਹਨਾਂ 16 ਮਹਾਜਨਪਦਾਂ ਵਿੱਚ ਉਸ ਸਮੇਂ ਮਗਧ, ਕੌਸ਼ਲ, ਵਤਸ, ਅਵੰਤੀ ਨਾਂ ਦੇ ਰਾਜ ਬਾਕੀ ਰਾਜਾਂ ਦੀ ਤੁਲਨਾ ਵਿੱਚ ਜ਼ਿਆਦਾ ਸ਼ਕਤੀਸ਼ਾਲੀ ਸਨ। ਇਹਨਾਂ ਸ਼ਕਤੀਸ਼ਾਲੀ ਰਾਜਾਂ ਨੇ ਕਮਜ਼ੋਰ ਰਾਜਾਂ 'ਤੇ ਅਧਿਕਾਰ ਕਰਨ ਦਾ ਕ੍ਰਮ ਸ਼ੁਰੂ ਕੀਤਾ। ਸਿੱਟੇ ਵਜੋਂ ਉਹਨਾਂ ਵਿੱਚ ਆਪਸੀ ਲੜਾਈਆਂ ਚੱਲਦੀਆਂ ਰਹੀਆਂ। 5ਵੀਂ ਸਦੀ ਈਸਾ ਪੂਰਵ ਦੇ ਵਿੱਚ ਮਗਧ ਰਾਜ ਇੱਕ ਸ਼ਕਤੀਸ਼ਾਲੀ ਸਾਮਰਾਜ ਵਿੱਚ ਪਰਿਵਰਤਿਤ ਹੋ ਗਿਆ। ਅਜਿਹਾ ਕਰਨ ਵਿੱਚ ਬਿੰਬੀਸਾਰ ਅਤੇ ਉਸ ਦੇ ਪੁੱਤਰ ਅਜਾਤਸ਼ਤਰੂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਸਨੇ ਰਾਜਗ੍ਰਹਿ ਨੂੰ ਮਗਧ ਸਾਮਰਾਜ ਦੀ ਰਾਜਧਾਨੀ ਘੋਸ਼ਿਤ ਕੀਤਾ। ਅਜਾਤਸ਼ਤਰੂ ਦੇ ਉੱਤਰਾਧਿਕਾਰੀ ਉਦੈਨ ਨੇ ਪਾਟਲੀਪੁੱਤਰ ਨੂੰ ਮਗਧ ਦੀ ਨਵੀਂ ਰਾਜਧਾਨੀ ਬਣਾਇਆ। ਮਗਧ 'ਤੇ 420 ਈਸਾ ਪੂਰਵ ਤੋਂ ਲੈ ਕੇ 364 ਈਸਾ ਪੂਰਵ ਤੱਕ ਸ਼ਿਸ਼ੁਨਾਗ ਵੰਸ਼ ਨੇ ਅਤੇ 364 ਈਸਾ ਪੂਰਵ ਤੋਂ ਲੈ ਕੇ 321 ਈਸਾ ਪੂਰਵ ਤੱਕ ਨੰਦ ਵੰਸ਼ ਨੇ ਸ਼ਾਸਨ ਕੀਤਾ। ਨੰਦ ਵੰਸ਼ ਦੇ ਸ਼ਾਸਕ ਮਹਾਪਦਮ ਨੰਦ ਨੇ ਮਗਧ ਸਾਮਰਾਜ ਦਾ ਬਹੁਤ ਵਿਸਤਾਰ ਕੀਤਾ ਸੀ, ਪਰੰਤੂ ਬੈਡ ਲੱਕ ਦੇ ਕਾਰਨ ਉਸ ਦੇ ਉੱਤਰਾਧਿਕਾਰੀ ਦੁਰਬਲ ਅਤੇ ਨਿਕੰਮੇ ਨਿਕਲੇ। ਇਸ ਸਥਿਤੀ ਦਾ ਲਾਭ ਚੁੱਕ ਕੇ 321 ਈਸਵੀ ਪੂਰਵ ਦੇ ਵਿੱਚ ਚੰਦਰਗੁਪਤ ਮੌर्य ਨੇ ਮਗਧ ਸਾਮਰਾਜ 'ਤੇ ਅਧਿਕਾਰ ਕਰ ਲਿਆ। ਮਗਧ ਸਾਮਰਾਜ ਦੇ ਵਿਸਤਾਰ ਦੇ ਲਈ ਇਸ ਦੀ ਭੂਗੋਲਿਕ ਸਥਿਤੀ, ਲੋਹੇ ਦੇ ਵਿਸ਼ਾਲ ਭੰਡਾਰ, ਵਿਸ਼ਾਲ ਸੈਨਾ, ਚੰਗੀ ਆਰਥਿਕ ਸਥਿਤੀ ਅਤੇ ਤਾਕਤਵਰ ਸ਼ਾਸਕ ਜ਼ਿੰਮੇਵਾਰ ਸਨ। ਇਹ ਸੀ ਜਾਣ ਪਛਾਣ। ਅੱਗੇ ਪ੍ਰਸ਼ਨ ਦਾ ਮੇਨ ਉੱਤਰ ਆਊਗਾ। ਮਗਧ 6ਵੀਂ ਸਦੀ ਈਸਾ ਪੂਰਵ ਦੇ ਵਿੱਚ ਮਗਧ ਰਾਜਤੰਤਰ ਸਭ ਤੋਂ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਸੀ। ਇਸ ਦੀ ਸ਼ੁਰੂਆਤੀ ਰਾਜਧਾਨੀ ਦਾ ਨਾਂ ਰਾਜਗ੍ਰਹਿ ਅਤੇ ਬਾਅਦ ਦੀ ਰਾਜਧਾਨੀ ਦਾ ਨਾਂ ਪਾਟਲੀਪੁੱਤਰ ਸੀ। ਮਗਧ ਰਾਜ ਦੇ ਉਥਾਨ ਅਤੇ ਵਿਕਾਸ ਵਿੱਚ ਅਨੇਕ ਮਹੱਤਵਪੂਰਨ ਸ਼ਾਸਕਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਇਹਨਾਂ ਵਿੱਚੋਂ ਅੱਜ ਅਸੀਂ ਬਿੰਬੀਸਾਰ ਦੀ ਚਰਚਾ ਕਰਾਂਗੇ। ਮਗਧ ਸਾਮਰਾਜ ਦੇ ਉਥਾਨ ਅਤੇ ਵਿਕਾਸ ਵਿੱਚ ਬਿੰਬੀਸਾਰ ਦਾ ਯੋਗਦਾਨ ਬਹੁਤ ਮਹੱਤਵਪੂਰਨ ਸੀ। ਉਹ 544 ਈਸਾ ਪੂਰਵ ਦੇ ਵਿੱਚ ਮਗਧ ਦਾ ਸ਼ਾਸਕ ਬਣਿਆ। ਉਸ ਸਮੇਂ ਉਸ ਦੀ ਉਮਰ ਕੇਵਲ 15 ਸਾਲ ਦੀ ਸੀ, ਯਾਨੀ ਸਾਡੇ ਸਾਰਿਆਂ ਤੋਂ ਹੀ ਛੋਟਾ। ਉਸਨੇ 492 ਈਸਾ ਪੂਰਵ ਤੱਕ ਸ਼ਾਸਨ ਕੀਤਾ। ਉਸ ਦਾ ਸੰਬੰਧ ਹਰਿਯੰਕ ਵੰਸ਼ ਦੇ ਨਾਲ ਸੀ ਅਤੇ ਉਹ ਮਹਾਤਮਾ ਬੁੱਧ ਦਾ ਸਮਕਾਲੀਨ ਸੀ। ਬਿੰਬੀਸਾਰ ਇੱਕ ਸਫਲ ਰਾਜਨੀਤਿਕ ਸੀ। ਉਸਨੇ ਮਗਧ ਰਾਜ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਉਸ ਸਮੇਂ ਦੇ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਰਾਜਿਆਂ ਦੇ ਨਾਲ ਵਿਵਾਹਿਕ ਸੰਬੰਧ ਸਥਾਪਿਤ ਕੀਤੇ ਸਨ। ਉਸਨੇ ਸਭ ਤੋਂ ਪਹਿਲਾਂ ਕੌਸ਼ਲ ਨਰੇਸ਼ ਪ੍ਰਸੇਨਜਿਤ, ਇਹ ਸ਼ਾਸਕ ਦਾ ਨਾਂ ਹੈ, ਕੌਸ਼ਲ ਨਰੇਸ਼ ਪ੍ਰਸੇਨਜਿਤ ਦੀ ਬਹਿਨ ਕੌਸ਼ਲ ਦੇਵੀ ਨਾਲ ਵਿਆਹ ਕੀਤਾ। ਉਸ ਨੂੰ ਦਹੇਜ ਵਿੱਚ ਕਾਸ਼ੀ ਨਾਂ ਦਾ ਸ਼ਹਿਰ ਦਿੱਤਾ ਗਿਆ।
ਇਸ ਸ਼ਹਿਰ ਦੇ ਕਾਰਨ ਮਗਧ ਰਾਜ ਦੀ 1 ਲੱਖ ਰੁਪਏ ਸਾਲਾਨਾ ਆਮਦਨ ਵੱਧ ਗਈ। ਉਸ ਦੀ ਦੂਜੀ ਰਾਣੀ ਚੇਲਨਾ ਲਿਛਵੀ ਵੰਸ਼ ਦੇ ਨਾਲ ਸੰਬੰਧ ਰੱਖਦੀ ਸੀ। ਇਸੇ ਤਰ੍ਹਾਂ ਉਸ ਦੀ ਤੀਜੀ ਰਾਣੀ ਕੇਸ਼ਮਾ ਪੰਜਾਬ ਦੇ ਮੱਧਰ ਰਾਜ ਦੇ ਸ਼ਾਸਕ ਦੀ ਪੁੱਤਰੀ ਸੀ। ਉਸ ਦੀ ਚੌਥੀ ਰਾਣੀ ਵਿਦੇਹ ਰਾਜ ਦੀ ਸੀ। ਉਸ ਦਾ ਨਾਂ ਵਾਸਵੀ ਸੀ। ਇਹਨਾਂ ਵਿਵਾਹਿਕ ਸੰਬੰਧਾਂ ਨਾਲ ਨਾ ਕੇਵਲ ਮਗਧ ਸਾਮਰਾਜ ਦੀ ਸ਼ਕਤੀ ਵਿੱਚ ਹੀ ਵਾਧਾ ਹੋਇਆ, ਬਲਕਿ ਉਸ ਦੀ ਵਿਸ਼ਾਲਤਾ ਵੀ ਵੱਧ ਗਈ। ਬਿੰਬੀਸਾਰ ਇੱਕ ਸਫਲ ਯੋਧਾ ਵੀ ਸੀ। ਅੰਗ ਮਹਾਜਨਪਦ ਦੇ ਸ਼ਾਸਕ ਨੇ ਬਿੰਬੀਸਾਰ ਦੇ ਪਿਤਾ ਦੀ ਹੱਤਿਆ ਕੀਤੀ ਸੀ। ਇਸ ਅਪਮਾਨ ਦਾ ਬਦਲਾ ਲੈਣ ਦੇ ਲਈ ਬਿੰਬੀਸਾਰ ਨੇ ਅੰਗਰਾਜ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅੰਗ ਦੇ ਸ਼ਾਸਕ ਬ੍ਰਹਮਦੱਤ ਦੀ ਕੜੀ ਹਾਰ ਹੋਈ। ਬਿੰਬੀਸਾਰ ਨੇ ਅੰਗ ਨੂੰ ਮਗਧ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਅਤੇ ਉਸ ਦੀ ਸ਼ਾਸਨ ਵਿਵਸਥਾ ਚਲਾਉਣ ਦੇ ਲਈ ਆਪਣੇ ਪੁੱਤਰ ਅਜਾਤਸ਼ਤਰੂ ਨੇ ਇੱਥੋਂ ਦਾ ਗਵਰਨਰ ਨਿਯੁਕਤ ਕਰ ਦਿੱਤਾ। ਇਸ ਮਹਾਨ ਜਿੱਤ ਨਾਲ ਬਿੰਬੀਸਾਰ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ। ਉਸ ਸਮੇਂ ਕਿਹਾ ਜਾਂਦਾ ਹੈ ਕਿ ਬਿੰਬੀਸਾਰ ਦੇ ਸ਼ਾਸਨ ਕਾਲ ਵਿੱਚ 80,000 ਪਿੰਡ ਸਨ। ਬਿੰਬੀਸਾਰ ਨੇ ਅਨੇਕ ਸ਼ਾਸਕਾਂ ਤੋਂ ਦੋਸਤਾਨਾ ਸੰਬੰਧ ਵੀ ਸਥਾਪਿਤ ਕੀਤੇ। ਗੰਧਾਰ ਦੇ ਸ਼ਾਸਕ ਨੇ ਉਸ ਦੇ ਦਰਬਾਰ ਵਿੱਚ ਇੱਕ ਰਾਜਦੂਤ ਭੇਜਿਆ ਸੀ। ਅਵੰਤੀ ਸ਼ਾਸਕ ਚੰਡਪ੍ਰਦਯੋਤ ਮਹਾਸੇਨ ਵੀ ਬਿੰਬੀਸਾਰ ਦਾ ਪਰਮ ਮਿੱਤਰ ਸੀ। ਇੱਕ ਵਾਰ ਜਦੋਂ ਉਹ ਬਿਮਾਰ ਹੋ ਗਿਆ ਤੇ ਬਿੰਬੀਸਾਰ ਨੇ ਆਪਣੇ ਰਾਜਵੈਦ ਜੀਵਕ ਨੂੰ ਉਸ ਦੇ ਉਪਚਾਰ ਜਾਂ ਇਲਾਜ ਦੇ ਲਈ ਅਵੰਤੀ ਭੇਜਿਆ ਸੀ। ਬਿੰਬੀਸਾਰ ਨਾ ਕੇਵਲ ਇੱਕ ਯੋਗ ਨੀਤਿਗ ਅਤੇ ਪ੍ਰਸਿੱਧ ਸੈਨਾਪਤੀ ਹੀ ਸੀ, ਬਲਕਿ ਉਹ ਇੱਕ ਅਨੁਭਵੀ ਅਤੇ ਸਫਲ ਰਾਜ ਪ੍ਰਬੰਧਕ ਵੀ ਸੀ। ਉਸਨੇ ਇੱਕ ਕੁਸ਼ਲ ਸ਼ਾਸਨ ਵਿਵਸਥਾ ਦੀ ਸਥਾਪਨਾ ਕੀਤੀ ਸੀ। ਪ੍ਰਜਾ ਦਾ ਕਲਿਆਣ ਕਰਨਾ ਉਹ ਆਪਣਾ ਪਰਮ ਕਰਤੱਵ ਸਮਝਦਾ ਸੀ। ਉਸਨੇ ਪ੍ਰਸ਼ਾਸਨ ਵਿਵਸਥਾ ਨੂੰ ਠੀਕ ਢੰਗ ਦੇ ਨਾਲ ਚਲਾਉਣ ਦੇ ਉਦੇਸ਼ ਨਾਲ ਇੱਕ ਮੰਤਰੀ ਮੰਡਲ ਦਾ ਗਠਨ ਕੀਤਾ ਹੋਇਆ ਸੀ। ਜੇਕਰ ਕੋਈ ਵੀ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਜੀ ਚੁਰਾਉਂਦਾ ਸੀ ਤਾਂ ਉਸ ਨੂੰ ਉਸ ਦੇ ਅਹੁਦੇ ਤੋਂ ਤੁਰੰਤ ਹਟਾ ਦਿੱਤਾ ਜਾਂਦਾ ਸੀ। ਅਪਰਾਧੀਆਂ ਨੂੰ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਬਿੰਬੀਸਾਰ ਨੇ ਆਵਾਜਾਈ ਦੇ ਸਾਧਨਾਂ ਅਤੇ ਵਪਾਰ ਨੂੰ ਵਿਕਸਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਪਿੰਡਾਂ ਦੀ ਸ਼ਾਸਨ ਵਿਵਸਥਾ ਉੱਥੋਂ ਦੀਆਂ ਪੰਚਾਇਤਾਂ ਕਰਦੀਆਂ ਸਨ। ਪਿੰਡ ਦੇ ਮੁਖੀਆਂ ਨੂੰ ਗ੍ਰਾਮ ਭੋਜਕ ਜਾਂ ਗ੍ਰਾਮਿਕ ਕਿਹਾ ਜਾਂਦਾ ਸੀ। ਬਿੰਬੀਸਾਰ ਨੇ ਰਾਜਗ੍ਰਹਿ ਨੂੰ ਆਪਣੀ ਰਾਜਧਾਨੀ ਬਣਾਇਆ। ਇਸ ਰਾਜਧਾਨੀ ਦਾ ਨਿਰਮਾਣ ਮਹਾਗੋਬਿੰਦਾ ਨਾਂ ਦੇ ਵਿਅਕਤੀ ਨੇ ਕੀਤਾ ਸੀ। ਇਹ 5 ਪਹਾੜਾਂ ਤੋਂ ਘਿਰੀ ਹੋਈ ਸੀ, ਜਿਸ ਦੇ ਕਾਰਨ ਇਸ 'ਤੇ ਹਮਲਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਬਿੰਬੀਸਾਰ ਵਿੱਚ ਧਾਰਮਿਕ ਸਹਿਣਸ਼ੀਲਤਾ ਸੀ। ਇਸੇ ਕਾਰਨ ਬੌਧ ਗ੍ਰੰਥਾਂ ਵਿੱਚ ਉਸ ਨੂੰ ਬੌਧ ਧਰਮ ਦਾ ਮਹਾਨ ਸ਼ਰਧਾਲੂ ਅਤੇ ਜੈਨ ਗ੍ਰੰਥਾਂ ਵਿੱਚ ਉਸ ਨੂੰ ਜੈਨ ਧਰਮ ਦਾ ਮਹਾਨ ਸ਼ਰਧਾਲੂ ਦੱਸਿਆ ਗਿਆ ਹੈ। ਇਸ ਤਰ੍ਹਾਂ ਬਿੰਬੀਸਾਰ ਦੇ ਸ਼ਾਸਨਕਾਲ ਦੇ ਦੌਰਾਨ ਮਗਧ ਸਾਮਰਾਜ ਦਾ ਚਹੁਮੁਖੀ ਵਿਕਾਸ ਹੋਇਆ ਸੀ। ਸਿੰਘਾਸਨ ਪ੍ਰਾਪਤ ਕਰਨ ਦੇ ਉਦੇਸ਼ ਨਾਲ ਅਜਾਤਸ਼ਤਰੂ ਨੇ ਆਪਣੇ ਪਿਤਾ ਬਿੰਬੀਸਾਰ ਦੀ 492 ਈਸਵੀ ਪੂਰਵ ਦੇ ਵਿੱਚ ਹੱਤਿਆ ਕਰ ਦਿੱਤੀ। ਇਸ ਲਈ ਅਜਾਤਸ਼ਤਰੂ ਨੂੰ ਇਤਿਹਾਸ ਦੇ ਵਿੱਚ ਪਿਤਰਹੰਤਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਪਿਤਰਹੰਤਾ ਯਾਨੀ ਆਪਣੇ ਪਿਤਾ ਦੀ ਹੱਤਿਆ ਕਰਨ ਵਾਲਾ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਅਸੀਂ ਮਗਧ ਦੇ ਦੂਜੇ ਮਹੱਤਵਪੂਰਨ ਸ਼ਾਸਕ ਅਜਾਤਸ਼ਤਰੂ ਦੀ ਚਰਚਾ ਤੋਂ ਸ਼ੁਰੂ ਕਰਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।